ਲੋਕਡਾਊਨ ਦੇ ਵਿੱਚ ਹੋਏ ਘਾਟੇ ਦੀ ਪੂਰਤੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ੍ਹ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਲਾਈਵ ਹੋ ਕੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਕਿ ਇਸ ਪੈਕੇਜ ਦੇ ਵਿੱਚ ਕਿਹਨੂੰ ਕੀ ਫਾਇਦਾ ਹੋਵੇਗਾ। ਪਰ ਇਸ ਤੋਂ ਪਹਿਲਾਂ ਕੱਲ੍ਹ ਜਿਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਹ ਐਲਾਨ ਕੀਤਾ ਗਿਆ ਤਾਂ ਲੋਕਾਂ ਨੇ ਕਈ ਸਵਾਲ ਵੀ ਕੀਤੇ ਵੀ ਇਹ ਪੈਸਾ ਕਿੱਥੋਂ ਆਏਗਾ, ਕਿਵੇਂ ਆਏਗਾ, ਕਿਸ ਨੂੰ ਜ਼ਿਆਦਾ ਫਾਇਦਾ ਹੋਵੇਗਾ। ਇਸ ਨੂੰ ਆਸਾਨ ਭਾਸ਼ਾ ਦੇ ਵਿੱਚ ਸਮਝਣ ਲਈ ਮੇਰੇ ਸਹਿਯੋਗੀ ਰਮਾਂਸ਼ੂ ਗਾਬਾ ਮੇਰੇ ਨਾਲ ਮੌਜੂਦ ਨੇ। ਜਾਣਦੇ ਹਾਂ ਵੀ ਕਿਹਨੂੰ ਕੀ ਫਾਇਦਾ ਹੋਵੇਗਾ ਇਸ ਤੋਂ। ਰਮਾਂਸ਼ੂ, ਕਿਵੇਂ ਦੇਖਦੇ ਹੋ ਜਿਹੜਾ ਅੱਜ ਨਿਰਮਲਾ ਸੀਤਾਰਮਨ ਵੱਲੋਂ ਇਹ ਦੱਸਿਆ ਗਿਆ, ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ, ਜਿਹੜਾ ਆਰਥਿਕ ਪੈਕੇਜ ਆ, ਇਹ ਮੋਟੇ-ਮੋਟੇ ਸ਼ਬਦਾਂ ਦੇ ਵਿੱਚ ਜੇਕਰ ਕਹੀਏ ਤਾਂ ਕਿਹਨੂੰ ਜ਼ਿਆਦਾ ਫਾਇਦਾ ਹੋਇਆ ਇਸ ਦਾ? ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਕਿ ਕੱਲ ਤੋਂ ਹੀ ਆਪਾਂ ਦੇਖ ਰਹੇ ਹਾਂ ਟਵਿੱਟਰ ਤੇ ਵੀ ਟ੍ਰੈਂਡ ਕਰ ਰਿਹਾ, ਬਹੁਤ ਸਾਰੇ ਲੋਕ ਜਿਹੜੇ ਸਵਾਲ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਵੀ ਕਿ ਇਹ 20 ਲੱਖ ਕਰੋੜ ਰੁਪਇਆ ਜਿਹੜਾ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀਗਾ, ਇਹ ਕਿਵੇਂ ਲੋਕਾਂ ਤੱਕ ਪਹੁੰਚੂਗਾ। ਉੱਥੋਂ ਦੀ ਸਰਕਾਰ ਤੋਂ ਚੱਲ ਕੇ, ਦਿੱਲੀ ਤੋਂ ਚੱਲ ਕੇ ਲੋਕਾਂ ਤੱਕ, ਇੰਡੀਆ ਦੇ ਲੋਕਾਂ ਤੱਕ ਕਿਵੇਂ ਪਹੁੰਚੂਗਾ 20 ਲੱਖ ਕਰੋੜ ਰੁਪਇਆ। ਲੋਕੀ ਟਵਿੱਟਰ ਤੇ ਵੀ ਮਜ਼ਾਕ ਵੀ ਕਰ ਰਹੇ ਸੀਗੇ ਕਿ ਸ਼ਾਇਦ ਸਾਡੇ ਸਾਰਿਆਂ ਦੇ ਖਾਤਿਆਂ 'ਚ ਆਊਗਾ। ਕੁਝ ਲੋਕ ਇਹਨੂੰ ਸੱਚਾਈ ਵੀ ਮੰਨ ਰਹੇ ਸੀਗੇ, ਪਰ ਇਦਾਂ ਦੀ ਗੱਲ ਨਹੀਂ ਆਣੀ। ਕੁਝ ਲੋਕ ਪੁਰਾਣੇ ਜਿਹੜੇ ਜੁਮਲੇ ਨੇ, ਕਿਹਾ ਜਾਂਦਾ ਸੀਗਾ ਕਿ ਜੁਮਲਾ 15 ਲੱਖ ਰੁਪਇਆ ਹਰ ਵਿਅਕਤੀ ਦੇ ਅਕਾਊਂਟ 'ਚ ਆਏਗਾ, ਕਾਲਾ ਧਨ ਜਦੋਂ ਭਾਰਤ 'ਚ ਆਏਗਾ, ਉਹਦੇ ਨਾਲ ਜੋੜ ਕੇ ਦੇਖ ਰਹੇ ਸੀਗੇ। ਪਰ ਹੁਣ ਅੱਜ ਆਪਾਂ ਸਰਲ ਭਾਸ਼ਾ 'ਚ ਤੁਹਾਨੂੰ, ਆਪਣੇ ਦਰਸ਼ਕਾਂ ਨੂੰ ਇਹ ਸਮਝਾ ਦਿੰਦੇ ਹਾਂ ਕਿ ਕੁਝ ਇਸ ਤਰ੍ਹਾਂ ਨਹੀਂ ਹੈ ਕਿ 20 ਲੱਖ ਕਰੋੜ ਰੁਪਏ ਲੋਕਾਂ ਦੇ ਖਾਤੇ 'ਚ ਆਉਣਾ। ਇਹ ਅਲੱਗ-ਅਲੱਗ ਸਕੀਮਸ ਬਣਾਈਆਂ ਗਈਆਂ ਨੇ। ਸਕੀਮਾਂ ਦੇ ਤਹਿਤ ਜਿਹੜਾ ਪੈਸਾ ਹੈ ਉਹਨੂੰ ਲੋਕਾਂ ਤੱਕ ਪਹੁੰਚਾਇਆ ਜਾਊਗਾ। ਲੋਕਾਂ ਤੇ ਅਲੱਗ-ਅਲੱਗ ਸੈਕਟਰਸ ਦੇ ਵਿੱਚ ਇਸ ਪੈਸੇ ਨੂੰ ਵੰਡਿਆ ਜਾਊਗਾ। ਸਭ ਤੋਂ ਜਿਹੜੀ ਜ਼ਿਆਦਾ ਫੋਕਸ ਇਹ 20 ਲੱਖ ਕਰੋੜ ਰੁਪਏ ਦਾ ਕੀਤਾ ਗਿਆ ਹੈ ਮਨਪ੍ਰੀਤ, ਇਹ MSME ਤੇ ਕੀਤਾ ਗਿਆ, ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ। ਜਿਹੜੇ ਇਹ ਉਦਯੋਗ ਨੇ, ਜਿਹੜੇ ਇਹ ਉਦਯੋਗ ਚਲਾ ਰਹੇ ਨੇ, ਜ਼ਿਆਦਾਤਰ ਇੰਡਸਟਰੀਜ਼ ਜਿਹੜੀਆਂ ਨੇ ਇੰਡੀਆ 'ਚ, ਇਸ ਤਰ੍ਹਾਂ ਦੀ ਇੰਡਸਟਰੀਜ਼ ਨੇ ਜਿਨ੍ਹਾਂ ਤੋਂ ਅੱਗੇ ਵੀ ਕਈ ਪਰਿਵਾਰ ਚੱਲਦੇ ਨੇ ਇੰਪਲੋਈਜ਼ ਤੋਂ, ਉਹਨਾਂ ਨੂੰ ਜ਼ਿਆਦਾ ਫਾਇਦਾ ਦੇਣ ਦੀ ਜਿਹੜੀ ਇਹ ਗੱਲ ਕੀਤੀ ਗਈ ਹੈ। ਇਹ ਜਿਹੜਾ ਨਿਰਮਲਾ ਸੀਤਾਰਮਨ ਨੇ ਅੱਜ ਸਾਡੇ ਫਾਈਨਾਂਸ ਮਿਨਿਸਟਰ ਨੇ ਦੱਸਿਆ 20 ਲੱਖ ਕਰੋੜ ਰੁਪਏ ਦਾ, ਇਹ ਇਸ ਤਰ੍ਹਾਂ ਅੱਜ ਮਾਹੌਲ ਇੱਦਾਂ ਹੀ ਦੇਖਿਆ ਜਾ ਰਿਹਾ ਕਿ ਜਿਵੇਂ ਬਜਟ ਜਦੋਂ ਪੇਸ਼ ਹੁੰਦਾ ਹੈ, ਜਦੋਂ ਦੇਸ਼ ਦਾ ਬਜਟ ਪੇਸ਼ ਹੁੰਦਾ, ਉਦੋਂ ਜੋ ਉਮੀਦਾਂ ਲੋਕਾਂ ਦੇ ਅੰਦਰ ਹੁੰਦੀਆਂ, ਅੱਜ ਵੀ ਉਹੀ ਉਮੀਦਾਂ ਸੀਗੀਆਂ। ਤੇ ਆਪਾਂ ਹੁਣ ਬੜੇ ਆਸਾਨ ਭਾਸ਼ਾ 'ਚ ਲੋਕਾਂ ਨੂੰ ਸਮਝਾ ਦਿੰਦੇ ਕਿ ਵੱਡੇ ਫਾਇਦੇ ਕੀ, ਸਾਨੂੰ ਸਾਰਿਆਂ ਨੂੰ ਡਾਇਰੈਕਟ ਫਾਇਦੇ ਕੀ ਹੋਏ ਨੇ। ਤੇ ਸਭ ਤੋਂ ਵੱਡਾ ਫਾਇਦਾ ਤੇ ਇਹੀ ਹੋਇਆ ਕਿ ITR ਦੀ ਡੈਡਲਾਈਨ ਜਿਹੜੀ ਹੈ 30 ਨਵੰਬਰ ਤੱਕ ਕਰ ਦਿੱਤੀ ਗਈ ਹੈ। ਯਾਨੀ ਕਿ ਤੁਸੀਂ 2019 ਔਰ 2020 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਦੀ ਇਨਕਮ ਟੈਕਸ ਦੀ ਰਿਟਰਨ ਭਰਨੀ ਸੀਗੀ, ਉਹ ਹੁਣ ਤੁਸੀਂ 30 ਨਵੰਬਰ ਤੱਕ ਭਰ ਸਕਦੇ ਹੋ। ਜਿਹਨੂੰ ਤੁਸੀਂ 31 ਮਾਰਚ 2020 ਤੱਕ ਭਰਨਾ ਸੀਗਾ, ਉਹਦੀ ਡੈਡਲਾਈਨ ਜਿਹੜੀ ਹੈ ਹੁਣ 30 ਨਵੰਬਰ ਤੱਕ ਕਰ ਦਿੱਤੀ ਗਈ ਹੈ। ਤੁਸੀਂ ਆਪਣੀ ਰਿਟਰਨ ਜਿਹੜੀ ਆ ਹੁਣ 30 ਨਵੰਬਰ ਤੱਕ ਫਾਈਲ ਕਰ ਸਕਦੇ ਹੋ। ਇਹ ਸਭ ਤੋਂ ਵੱਡਾ ਫਾਇਦਾ ਜਿਹੜਾ ਹੈ ਪੂਰੇ ਦੇਸ਼ ਨੂੰ ਹੈ, ਕਿਉਂਕਿ ਕਿਤੇ ਨਾ ਕਿਤੇ ਹਰ ਬੰਦਾ ਜੋ ਹੈ ਟੈਕਸ ਪੇ ਕਰ ਰਿਹਾ ਹੈ। ਜ਼ਿਆਦਾਤਰ ਦੇਸ਼ ਦੀ ਜਨਤਾ ਟੈਕਸ ਪੇ ਕਰਦੀ ਹੈ, ਤੇ ਇਹ ਵੱਡੀ ਰਿਲੀਫ ਜਿਹੜੀ ਹੈ ਉਹ ਮਿਲ ਗਿਆ। ਇਹ ਰਿਲੀਫ 2019-2020 ਦੇ ਜੋ ਤੁਹਾਡਾ ਟੈਕਸ ਬੰਦਾ ਸੀਗਾ, ਉਹਦੀ ਰਿਟਰਨ ਜਿਹੜੀ ਹੈ ਤੁਸੀਂ 30 ਨਵੰਬਰ ਤੱਕ ਹੁਣ ਡੈਡਲਾਈਨ ਭਰ ਸਕਦੇ ਹੋ। ਇਸ ਤੋਂ ਪਹਿਲਾਂ ਜੂਨ ਤੱਕ ਜਿਹੜੀ ਡੈਡਲਾਈਨ ਕੀਤੀ ਗਈ ਸੀਗੀ ਕਰੋਨਾ ਵਾਇਰਸ ਦੇ ਚਲਦਿਆਂ, ਲੋਕਡਾਊਨ ਦੇ ਚਲਦਿਆਂ, ਪਰ ਹੁਣ 30 ਨਵੰਬਰ ਤੱਕ ਇਹਨੂੰ ਵਧਾ ਦਿੱਤਾ ਗਿਆ। ਤੇ ਇਹਦੇ ਨਾਲ ਕਈ ਸਕੀਮਾਂ ਜਿਹੜੀਆਂ ਆਪਾਂ ਰਿਬੇਟ ਲੈਣ ਲਈ ਵੀ, ਜਿਵੇਂ ਇੰਸ਼ੋਰੈਂਸ ਹੋ ਗਿਆ ਜਾਂ ਕਈ ਜਗ੍ਹਾ ਤੇ ਇਨਵੈਸਟਮੈਂਟਸ ਵੀ ਕਰਦੇ ਹਾਂ, ਤੇ ਸ਼ਾਇਦ ਉਹ ਵੀ ਸਾਹਮਣੇ ਆ ਜਾਏਗਾ ਕਿ ਉਹਨਾਂ ਦੀ ਵੀ ਡੈਡਲਾਈਨ ਜਿਹੜੀ ਹੈ ਉਹ ਵੀ ਵੱਧ ਜੂਗੀ, 30 ਨਵੰਬਰ ਤੱਕ ਹੋ ਜਾਏਗੀ। ਕਿ ਇੰਸ਼ੋਰੈਂਸ ਦੇ ਪੈਸੇ ਕਿਸੇ ਨੇ ਭਰਨੇ ਸੀਗੇ ਤਾਂ 30 ਨਵੰਬਰ ਤੱਕ ਸ਼ਾਇਦ ਹੋ ਜਾਏ, ਪਰ ਹਜੇ ਤੱਕ ਇਸ ਤਰ੍ਹਾਂ ਦਾ ਐਲਾਨ ਨਹੀਂ ਹੋਇਆ। ਉਸ ਤੋਂ ਬਾਅਦ TDS ਜਿਹੜਾ ਹੈ 25% ਲੈਸ ਕਰ ਦਿੱਤਾ ਗਿਆ 31 ਮਾਰਚ 2021 ਤੱਕ। ਇਹ ਬਹੁਤ ਵੱਡਾ ਫਾਇਦਾ ਜਿਹੜਾ ਹੈ ਇਹ ਉਹਨਾਂ ਲੋਕਾਂ ਨੂੰ ਫਾਇਦਾ ਹੋ ਰਿਹਾ ਜਿਨ੍ਹਾਂ ਜੋ ਸੈਲਰੀਜ਼ ਪਰਸਨ ਨੇ, ਜਾਂ ਜੋ ਕਿਸੇ ਇਨਵੈਸਟਮੈਂਟ ਤੇ ਕਰਕੇ ਜਿਨ੍ਹਾਂ ਨੂੰ ਕਮਿਸ਼ਨ ਮਿਲਦੀ ਸੀਗੀ, ਜਿਨ੍ਹਾਂ ਦਾ TDS ਕੱਟਿਆ ਜਾਂਦਾ ਸੀਗਾ। ਜਿੱਦਾਂ ਹੁਣ ਆਪਾਂ ਜੌਬ ਕਰ ਰਹੇ ਹਾਂ, ਸਾਡਾ ਵੀ ਹਰ ਮਹੀਨੇ TDS ਕੱਟਿਆ ਜਾਂਦਾ, ਕੰਪਨੀ ਵੱਲੋਂ TDS ਕੱਟ ਕੇ ਆਇਕਰ ਵਿਭਾਗ ਨੂੰ ਭੇਜਿਆ ਜਾਂਦਾ, ਤੇ ਉਹਦੇ ਵਿੱਚ 25% ਦੀ ਜਿਹੜਾ ਲੈਸ ਕਰ ਦਿੱਤਾ ਗਿਆ। ਇਹ ਬਹੁਤ ਵੱਡਾ ਫਾਇਦਾ। ਮੈਂ ਆਸਾਨ ਭਾਸ਼ਾ 'ਚ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਤੇ TDS ਜਿਹੜਾ ਜਿੱਥੋਂ ਗਵਰਨਮੈਂਟ ਜਿਹੜੀ ਹੈ ਟੈਕਸ ਇਕੱਠਾ ਕਰਦੀ ਹੈ, ਉਹ ਚੀਜ਼ ਹੈ। ਇਹਦੇ ਜੇ ਕਿਸੇ ਨੂੰ ਕੋਈ ਲਾਇਰ ਹੈ ਜਾਂ ਕੋਈ ਵੀ ਸਰਵਿਸ ਕੋਈ ਦੇ ਰਿਹਾ ਜਿਹਨੂੰ ਵੀ TDS ਲੱਗਦਾ, ਜੇ ਕਿਸੇ ਨੂੰ 1000 ਰੁਪਏ TDS ਲੱਗਦਾ ਸੀਗਾ, ਉਹਦਾ 25% ਘਟ ਗਿਆ ਤੇ ਉਹਨੂੰ ਹੁਣ 750 ਰੁਪਇਆ ਹੀ ਭਰਨਾ ਪਏਗਾ 31 ਮਾਰਚ 2021 ਤੱਕ। ਇਹਨੂੰ ਲਾਗੂ ਕਰ ਦਿੱਤਾ ਕਿ ਇਹ ਵੀ ਇੱਕ ਬਹੁਤ ਵੱਡਾ ਫਾਇਦਾ ਹੈ। TDS 'ਚ 25% ਲੈਸ ਕਰ ਦੇਣਾ, ਇਹ ਬਹੁਤ ਵੱਡਾ ਫਾਇਦਾ। ਕਾਫੀ ਜਿਹੜੇ ਸੈਲਰਾਈਜ਼ ਪਰਸਨ ਨੇ ਜਾਂ ਜੋ ਬਿਜ਼ਨਸਮੈਨ ਨੇ ਜੋ ਵੀ TDS ਭਰ ਰਹੇ ਨੇ, ਉਹਨਾਂ ਨੂੰ ਇਹ ਬਹੁਤ ਵੱਡਾ ਫਾਇਦਾ ਹੋ ਗਿਆ 31 ਮਾਰਚ 2021 ਤੱਕ। ਇਸ ਤੋਂ ਬਾਅਦ ਤੀਸਰਾ ਵਿੱਚ ਇੱਕ ਗੱਲ ਹੋਰ ਹੀ, TDS ਦੇ ਵਿੱਚ ਜਿਹੜਾ 15,000 ਤੋਂ ਘੱਟ ਜਿਨ੍ਹਾਂ ਦੀ ਸੈਲਰੀ ਹੈ ਉਹਨਾਂ ਨੂੰ ਅਗਸਤ ਤੱਕ ਉਹ EPFO 'ਚੋਂ, ਮੈਂ ਉਸ ਬਾਅਦ 'ਚੋਂ ਆਵਾਂਗਾ ਮਨਪ੍ਰੀਤ। ਸਭ ਤੋਂ ਪਹਿਲਾਂ ਆਪਾਂ TDS ਦੀ ਗੱਲ ਕਰ ਲਈ, ਇਹਦੇ 'ਚ ਕੋਈ ਇੱਦਾਂ ਦਾ ਕੋਈ ਨਹੀਂ ਹੈ ਕਿ ਕੋਈ ਸ਼ਰਤ ਨਹੀਂ ਰੱਖੀ ਗਈ ਹੈ, ਬਸ ਸ਼ਰਤ ਇਹੀ ਹੈ 31 ਮਾਰਚ 2021 ਤੱਕ।
ਉਸ ਤੋਂ ਬਾਅਦ ਤੀਜਾ ਪੁਆਇੰਟ ਹੈ ਕਿ ਐਡਵਾਈਜ਼ਰੀ ਟੂ ਰੀਅਲ ਏਸਟੇਟ ਜੋ ਪ੍ਰੋਜੈਕਟਸ ਚੱਲ ਰਹੇ ਸੀਗੇ, ਜਿਵੇਂ ਤੁਸੀਂ ਕਿਸੇ ਨੇ ਕੋਈ ਪ੍ਰੋਜੈਕਟ ਚੱਲ ਰਿਹਾ ਸੀਗਾ, ਕਿਸੇ ਨੂੰ ਕੋਈ ਰੀਅਲ ਏਸਟੇਟ ਕੰਪਨੀ ਨੇ ਕੋਈ ਫਲੈਟ ਬਣਾ ਰਹੇ ਸੀਗੇ, ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ 31 ਮਾਰਚ 2020 ਤੱਕ ਤੁਹਾਨੂੰ ਇਹ ਆਪਾਂ ਫਲੈਟ ਬਣਾ ਕੇ ਦੇਵਾਂਗੇ। ਉਹਨਾਂ ਦੀ ਪ੍ਰੋਜੈਕਟ ਜਿਹੜੀ ਹੈ ਡੈਡਲਾਈਨ ਜਿਹੜੀ ਹੈ 6 ਮਹੀਨੇ ਅੱਗੇ ਤੱਕ ਵਧਾ ਦਿੱਤੀ ਗਈ ਹੈ। 31 ਮਾਰਚ 2020 ਤੋਂ 6 ਮਹੀਨੇ ਆਪਾਂ ਅੱਗੇ ਕਰ ਲਈਏ ਤੇ ਉੱਥੇ ਤੱਕ ਇਹ ਡੈਡਲਾਈਨ ਜਿਹੜੀ ਵਧਾ ਦਿੱਤੀ ਹੈ। ਜਿਹੜੀ ਕੰਪਨੀ ਕੋਈ ਵੱਡੀ ਕੰਪਨੀ ਜੇ ਕਿਸੇ ਦੇ ਘਰ ਬਣਾ ਰਹੀ ਹੈ, ਫਲੈਟਸ ਬਣਾ ਰਹੀ ਹੈ, ਕਿਸੇ ਨੂੰ ਵਾਅਦਾ ਕੀਤਾ ਹੋਇਆ ਤੇ ਉਹ ਵਾਅਦਾ ਜਿਹੜਾ ਹੁਣ ਬਿਨਾਂ ਕਿਸੇ ਐਪਲੀਕੇਸ਼ਨ ਤੋਂ 6 ਮਹੀਨੇ ਉਹਦੀ ਡੈਡਲਾਈਨ ਐਕਸਟੈਂਡ ਹੋ ਗਈ ਹੈ। ਉਹਦੇ ਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਕਿ ਉਹਨਾਂ ਨੇ ਪੂਰੀ ਆਪਣੀ ਡੈਡਲਾਈਨ ਦੇ ਮੁਤਾਬਕ ਇਹ ਫਲੈਟਸ ਜਿਹੜੇ ਨੇ ਡਿਲੀਵਰ ਨਹੀਂ ਕੀਤੇ, ਕੋਠੀਆਂ ਬਣਾ ਕੇ ਡਿਲੀਵਰ ਨਹੀਂ ਕੀਤੀਆਂ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਹੋਈ ਸੀਗੀ, ਜਿਨ੍ਹਾਂ ਨੇ ਬੁਕਿੰਗ ਕਰਵਾਈ ਹੋਈ ਸੀ। ਉਹ ਹੁਣ ਡੈਡਲਾਈਨ ਜਿਹੜੀ ਹੈ 6 ਮਹੀਨੇ ਤੱਕ ਵੱਧ ਗਈ ਆ। ਉਹਨਾਂ ਨੂੰ ਕੰਸਟਰਕਸ਼ਨ ਕਰਨ ਦਾ ਟਾਈਮ 6 ਮਹੀਨੇ ਹੋਰ ਵੱਧ ਗਿਆ ਹੈ। ਯਾਨੀ ਕਿ ਠੇਕੇਦਾਰਾਂ ਨੂੰ ਵੱਧ ਸਮਾਂ ਮਿਲ ਗਿਆ ਜੀ। ਠੇਕੇਦਾਰ ਨਹੀਂ ਕਿ ਆਪਾਂ ਕਹਿ ਸਕਦੇ ਕਿ ਜਿਵੇਂ ਜਿਹੜੀ ਰੀਅਲ ਏਸਟੇਟਸ ਕੰਪਨੀ ਨੇ, ਜਿਵੇਂ ਕਿਸੇ ਨੇ ਫਲੈਟ ਦਾ ਵਾਅਦਾ ਕੀਤਾ ਸੀਗਾ ਕਿ ਆਪਾਂ ਤੁਹਾਨੂੰ ਮਾਰਚ ਤੱਕ ਫਲੈਟ ਦੇ ਦੇਵਾਂਗੇ, ਪਰ ਉਹਨਾਂ ਦੀ ਕੰਸਟਰਕਸ਼ਨ ਨਹੀਂ ਪੂਰੀ ਹੋ ਪਾਈ ਹੋਏਗੀ, ਅਪ੍ਰੈਲ ਤੱਕ ਵਾਅਦਾ ਕੀਤਾ ਸੀਗਾ, ਲੋਕਡਾਊਨ ਦੇ ਚਲਦਿਆਂ ਕੰਸਟਰਕਸ਼ਨ ਪੂਰੀ ਨਹੀਂ ਹੋਈ, ਤੇ ਉਹਨਾਂ ਨੂੰ 6 ਮਹੀਨੇ ਹੋਰ ਜਿਹੜਾ ਟਾਈਮ ਹੈ ਉਹ ਮਾਰਚ 2020 ਤੋਂ 6 ਮਹੀਨੇ ਹੋਰ ਵਧਾ ਦਿੱਤਾ ਗਿਆ। ਉਸ ਤੋਂ ਬਾਅਦ ਜਿਹੜਾ ਪੁਆਇੰਟ ਤੁਸੀਂ ਲੈ ਕੇ ਆਏ ਸੀਗੇ, ਸਭ ਤੋਂ ਵੱਡਾ ਫਾਇਦਾ ਜਿਹੜਾ ਹੈ ਉਹ ਇਸ ਸਕੀਮ ਦੇ ਵਿੱਚ EPFO ਨੂੰ ਹੋਇਆ। EPFO ਸਕੀਮ 'ਚ ਕੀਤਾ ਗਿਆ 12% ਕੰਪਨੀ ਦਾ PF ਪ੍ਰੋਵੀਡੈਂਟ ਫੰਡ, ਜਿਹੜਾ 12% ਕੰਪਨੀ ਨੇ ਦੇਣਾ ਹੁੰਦਾ ਔਰ ਜਿਹੜਾ 12% EMPLOYE ਨੇ ਦੇਣਾ ਹੁੰਦਾ, ਇਹ ਦੋਵਾਂ ਦਾ 12% ਯਾਨੀ ਕਿ 24% ਇਹ ਸਰਕਾਰ ਦੇਗੀ ਅਗਸਤ ਤੱਕ। ਅਗਲੇ 3 ਮਹੀਨਿਆਂ ਤੱਕ ਭਾਰਤ ਸਰਕਾਰ 12% ਕੰਪਨੀ ਦਾ ਪ੍ਰੋਵੀਡੈਂਟ ਫੰਡ ਔਰ 12% ਹੀ EMPLOYE ਦਾ ਪ੍ਰੋਵੀਡੈਂਟ ਫੰਡ, ਦੋਨਾਂ ਨੂੰ ਫਾਇਦਾ ਹੋਇਆ ਇਹਦੇ 'ਚ। ਇਹਦਾ ਪ੍ਰੋਵੀਡੈਂਟ ਫੰਡ ਜਿਹੜਾ ਸਰਕਾਰ ਜਮ੍ਹਾਂ ਕਰਾਏਗੀ ਅਗਸਤ ਤੱਕ। 3 ਮਹੀਨੇ ਪਹਿਲਾਂ ਵੀ ਮਾਰਚ, ਅਪ੍ਰੈਲ, ਮਈ 'ਚ ਵੀ ਇਹ ਸਕੀਮ ਭਾਰਤ ਸਰਕਾਰ ਨੇ ਲਾਗੂ ਕੀਤੀ ਹੋਈ ਹੈ। ਯਾਨੀ ਕਿ 6 ਮਹੀਨੇ ਜਿਹੜਾ ਭਾਰਤ ਸਰਕਾਰ ਪੈਸਾ ਜਿਹੜਾ ਉਹ ਖੁਦ ਦੇਗੀ ਪ੍ਰੋਵੀਡੈਂਟ ਫੰਡ ਦੇ ਵਿੱਚ। ਯਾਨੀ ਕਿ ਜਿਹੜੇ EMPLOYE ਦਾ ਪ੍ਰੋਵੀਡੈਂਟ ਫੰਡ ਕੱਟਿਆ ਜਾਂਦਾ ਸੀਗਾ ਹਰ ਮਹੀਨੇ, ਉਹ ਨਹੀਂ ਕੱਟਿਆ ਜਾਊਗਾ। ਉਹਨਾਂ ਨੂੰ ਲਿਕੁਇਡਿਟੀ ਜਿਹੜੀ ਮਨੀ ਹੈ ਉਹਨਾਂ ਦੀ ਪੂਰੀ ਆਊਗੀ। ਭਾਰਤ ਸਰਕਾਰ ਉਹਨਾਂ ਦਾ ਪੈਸਾ ਜਿਹੜਾ ਪ੍ਰੋਵੀਡੈਂਟ ਫੰਡ 'ਚ ਜਮ੍ਹਾਂ ਕਰਾ ਦੇਗੀ। ਪਰ ਇਹਦੇ 'ਤੇ ਸ਼ਰਤ ਰੱਖੀ ਗਈ ਹੈ, ਇਹਦੇ ਵਿੱਚ ਜਿਹੜੀ ਕੰਪਨੀ 100 ਤੋਂ ਘੱਟ EMPLOYEਜ਼ ਨਾਲ ਕੰਮ ਕਰ ਰਹੀ ਹੈ, ਉਸ ਕੰਪਨੀ ਦੇ ਜੇ 90% ਬੰਦਿਆਂ ਦੇ 15,000 ਸੈਲਰੀ ਹੈਗੀ ਹੈ, ਉਹਨਾਂ ਨੂੰ ਇਸ ਸਕੀਮ ਦਾ ਫਾਇਦਾ ਹੋਏਗਾ, ਜਿਹੜਾ 12% ਸਰਕਾਰ ਨੇ ਦੇਣਾ ਅਗਸਤ ਤੱਕ। ਯਾਨੀ ਕਿ ਜਿਨ੍ਹਾਂ ਦੀ 15,000 ਤੱਕ ਦੀ ਸੈਲਰੀ ਹੈ ਸਿਰਫ ਉਹਨਾਂ ਨੂੰ ਹੀ ਫਾਇਦਾ ਹੋਏਗਾ। 15,000 ਤੋਂ ਵੱਧ ਜਿਨ੍ਹਾਂ ਦੀ ਸੈਲਰੀ ਹੈ ਉਹਨਾਂ ਨੂੰ ਇਹ ਸਕੀਮ ਦਾ ਕੋਈ ਫਾਇਦਾ ਨਹੀਂ ਹੋਊਗਾ। ਉਸ ਤੋਂ ਬਾਅਦ ਅਗਲਾ ਫਾਇਦਾ ਹੈ ਜਿਹੜਾ ਅੱਗੇ ਜਿਹੜੀ ਜਿਨ੍ਹਾਂ ਦੀ ਸੈਲਰੀ ਜ਼ਿਆਦਾ ਹੈ, ਉਹ ਜਿਹਦਾ 12% ਜਿੱਦਾਂ EMPLOYE ਦਾ ਪ੍ਰੋਵੀਡੈਂਟ ਫੰਡ ਕੱਟਿਆ ਜਾਂਦਾ ਸੀਗਾ, ਜੇ ਕਿਸੇ ਦੀ 20,000 ਸੈਲਰੀ ਹੈ ਤਾਂ ਉਹਦਾ ਜੇ ਜਿੰਨਾ ਪ੍ਰੋਵੀਡੈਂਟ ਫੰਡ ਉਹਦਾ ਕੱਟਿਆ ਜਾ ਰਿਹਾ ਸੀਗਾ, ਉਹਦਾ ਹੁਣ 12% ਦੀ ਬਜਾਏ 10% ਕੱਟਿਆ ਜਾਊਗਾ। ਯਾਨੀ ਕਿ 2% ਉਹਦੇ ਕੋਲ ਵੀ ਹਰ ਮਹੀਨੇ ਕੈਸ਼ ਜਿਹੜਾ ਲਿਕੁਇਡਿਟੀ ਉਹਦੀ ਵੱਧ ਜਾਊਗੀ। ਜੇ ਕਿਸੇ ਦਾ 2,000 ਪ੍ਰੋਵੀਡੈਂਟ ਫੰਡ ਕੱਟਿਆ ਜਾਂਦਾ ਸੀਗਾ ਤੇ ਉਹ 12% ਮੰਨ ਕੇ ਚੱਲੀਏ ਕਿ 1,000 ਰੁਪਇਆ ਸੀਗਾ, ਤੇ 12% ਉਹਦੇ ਚੋਂ ਘੱਟ 2% ਜਿਹੜਾ ਉਹ ਵੱਧ ਹੀ ਉਹਦੇ ਕੋਲ ਆਪਣੇ ਅਕਾਊਂਟ 'ਚ ਉਹਦੇ ਪੈਸੇ ਆ ਜਾਣਗੇ। 10% ਜਿਹੜਾ ਪ੍ਰੋਵੀਡੈਂਟ ਫੰਡ ਦੇ ਵਿੱਚ ਜਾਏਗਾ। ਉਸ ਤੋਂ ਬਾਅਦ 200 ਮੀਡੀਅਮ, ਜਦੋਂ ਮੈਂ ਸ਼ੁਰੂਆਤ ਕੀਤੀ ਸੀ ਕਿ ਮੀਡੀਅਮ, ਮਾਈਕਰੋ, ਸਮਾਲ, ਮੀਡੀਅਮ ਐਂਟਰਪ੍ਰਾਈਜ਼ਸ ਲਈ ਜ਼ਿਆਦਾ ਇਸ ਪੈਕੇਜ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਧਿਆਨ ਦਿੱਤਾ ਗਿਆ ਹੈ। ਉਹਦੇ ਵਿੱਚ ਕੀ ਕੀਤਾ ਗਿਆ ਕਿ ਮਾਈਕਰੋ, ਸਮਾਲ, ਮੀਡੀਅਮ ਐਂਟਰਪ੍ਰਾਈਜ਼ਸ ਦੀ ਪਰਿਭਾਸ਼ਾ ਹੀ ਬਦਲਤੀ ਹੈ। ਜਿਹੜੇ ਹੁਣ 10 ਕਰੋੜ ਤੱਕ ਜਿਨ੍ਹਾਂ ਦੀ ਸਾਲ ਦੀ ਟਰਨਓਵਰ ਹੈ, ਉਹਨਾਂ ਨੂੰ ਮਾਈਕਰੋ ਇੰਡਸਟਰੀ ਵਿੱਚ ਕੈਟੇਗਰਾਈਜ਼ ਕਰ ਦਿੱਤਾ ਗਿਆ ਹੈ। ਉਹਨਾਂ ਦੀ ਟਰਨਓਵਰ ਵਧਾਤੀ, ਮਤਲਬ ਜਿਨ੍ਹਾਂ ਦੀ 50 ਕਰੋੜ ਤੱਕ ਹੁਣ ਟਰਨਓਵਰ ਹੋਏਗੀ ਉਹਨਾਂ ਨੂੰ ਸਮਾਲ ਇੰਡਸਟਰੀ ਦੇ ਵਿੱਚ ਕੈਟੇਗਰਾਈਜ਼ ਕਰ ਦਿੱਤਾ ਗਿਆ, ਔਰ ਜਿਨ੍ਹਾਂ ਦੀ 100 ਕਰੋੜ ਤੱਕ ਟਰਨਓਵਰ ਹੋਏਗੀ ਉਹਨਾਂ ਨੂੰ ਮੀਡੀਅਮ ਇੰਡਸਟਰੀ ਹੁਣ ਐਲਾਨ ਦਿੱਤਾ ਗਿਆ। ਇਹਨਾਂ ਦੀ ਪਰਿਭਾਸ਼ਾ ਹੀ ਬਦਲਤੀ। ਇਸ ਤੋਂ ਪਹਿਲਾਂ ਇਹ ਟਰਨਓਵਰ ਜਿਹੜੀਆਂ ਛੋਟੀਆਂ ਸੀਗੀਆਂ, ਇਹਦੇ ਨਾਲ ਜਿਹੜੇ ਐਂਟਰਪ੍ਰੈਨਿਓਰ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ। ਕਾਫੀ ਸਕੀਮਾਂ ਦਾ ਉਹਨਾਂ ਨੂੰ ਲਾਭ ਹੋਊਗਾ ਕਿਉਂਕਿ ਉਹਨਾਂ ਦੀ ਇੰਡਸਟਰੀ ਦੀ ਜਿਹੜੀ ਟਰਨਓਵਰ ਆ ਉਹ ਵੱਧ ਚੁੱਕੀ ਹੈ ਇਸ ਵੇਲੇ। ਉਸ ਤੋਂ ਬਾਅਦ MSME ਨੂੰ ਹੀ ਵਿਦਆਊਟ ਗਰੰਟੀ 4 ਸਾਲਾਂ ਦੀ ਲਿਮਿਟ ਦੇ ਨਾਲ ਲੋਨ ਦੇਣ ਦਾ ਵੀ ਇੱਥੇ ਐਲਾਨ ਕੀਤਾ ਗਿਆ ਹੈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ, ਜਿਹਦੇ 'ਚ 12 ਮਹੀਨੇ ਦੀ ਛੂਟ ਹੋਏਗੀ। ਯਾਨੀ ਕਿ 4 ਸਾਲ ਦੀ ਲੋਨ ਲਿਮਿਟ 'ਚ 12 ਮਹੀਨੇ ਦੀ ਸ਼ਾਇਦ 1 ਸਾਲ ਦਾ ਜਿਹੜਾ ਉਹ ਵਿਆਜ ਬਚ ਸਕਦਾ ਹੈ। ਔਰ 31 ਅਕਤੂਬਰ 2020 ਤੱਕ ਇਹ ਆਫਰ ਚੱਲਣੀ ਹੈ। ਅੱਜ ਤੋਂ ਇਹ ਅਪਲਾਈ ਕੀਤਾ ਜਾ ਸਕਦਾ ਬਿਨਾਂ ਗਰੰਟੀ ਤੋਂ ਲੋਨ। MSME ਸੈਕਟਰ ਦੇ ਜੋ ਇੰਡਸਟਰੀਜ਼ ਚਲਾ ਰਹੇ ਨੇ ਉਹ ਲੋਨ ਲੈ ਸਕਦੇ ਨੇ, ਔਰ ਇਹਨਾਂ ਨੂੰ 4 ਸਾਲ ਦੀ ਲਿਮਿਟ ਦਾ ਲੋਨ ਮਿਲੇਗਾ, ਔਰ ਉਹ 31 ਅਕਤੂਬਰ 2020 ਤੱਕ ਹੀ ਇਹ ਸਕੀਮ ਚੱਲੇਗੀ ਮਨਪ੍ਰੀਤ। ਉਸ ਤੋਂ ਬਾਅਦ 200 ਕਰੋੜ ਰੁਪਏ ਤੱਕ ਦਾ ਜਿਹੜਾ ਟੈਂਡਰ ਹੈ ਉਹ ਗਲੋਬਲ ਨਹੀਂ ਹੋਏਗਾ। ਯਾਨੀ ਕਿ ਜੇ 200 ਕਰੋੜ ਰੁਪਏ ਦਾ ਟੈਂਡਰ ਕੋਈ ਕੰਪਨੀ ਸਰਕਾਰ ਕੱਢਦੀ ਹੈ, ਭਾਰਤ ਸਰਕਾਰ, ਉਹ ਗਲੋਬਲੀ ਕਿਸੇ ਕੰਪਨੀ ਨੂੰ ਨਹੀਂ ਮਿਲੇਗਾ, ਉਹ ਭਾਰਤ ਦੀਆਂ ਹੀ ਕੰਪਨੀਆਂ ਨੂੰ ਮਿਲੇਗਾ। ਭਾਰਤ 'ਚ ਜਿਹੜੀਆਂ ਕੰਪਨੀਆਂ ਚੱਲ ਰਹੀਆਂ ਯਾਨੀ ਕਿ MSME ਜਿਹੜੀ ਕੰਪਨੀਜ਼ ਨੇ ਉਹਨਾਂ ਨੂੰ ਹੀ ਚੱਲੇਗਾ। ਯਾਨੀ ਕਿ ਦੇਸ਼ ਦੀਆਂ ਜਿਹੜੀਆਂ, ਜੋ ਕੱਲ ਨਰਿੰਦਰ ਮੋਦੀ ਨੇ ਗੱਲ ਕੀਤੀ ਸੀਗੀ ਕਿ ਆਪਾਂ ਲੋਕਲ ਪ੍ਰੋਡਕਟਸ ਨੂੰ ਤਰਜੀਹ ਦੇਣੀ ਹੈ, ਲੋਕਲ ਬ੍ਰਾਂਡਸ ਬਣਾਉਣੇ, ਤੇ ਇਹਦੇ ਨਾਲ ਇਹ ਇੱਕ ਵੱਡੀ ਜਿਹੜੀ ਰਾਹਤ MSME ਦੇ ਸੈਕਟਰ ਦੇ ਲੋਕਾਂ ਨੂੰ ਜੋ ਬਿਜ਼ਨਸ ਕਰ ਰਹੇ ਨੇ ਉਹਨਾਂ ਨੂੰ ਮਿਲੀ ਹੈ ਜੀ।
ਤਾਂ ਕਿ ਆਤਮ ਨਿਰਭਰ ਜਿਹੜੀ ਆਪਾਂ ਵੀ ਅੱਜ ਗੱਲ ਕਰ ਰਹੇ ਸੀ ਪ੍ਰਧਾਨ ਮੰਤਰੀ ਵੱਲੋਂ ਕੱਲ ਇਹੀ ਵਾਰ-ਵਾਰ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਸੀ, ਇਸੇ ਨੂੰ ਲੈ ਕੇ ਲੋਕਲ ਪ੍ਰੋਡਕਟ ਤਾਂ ਜੋ ਇੰਡੀਆ ਦੇ ਵਿੱਚ ਜ਼ਿਆਦਾ ਬਣਨ ਉਹਨਾਂ ਲਈ ਇਹ ਐਲਾਨ ਕੀਤਾ ਗਿਆ। ਬਿਲਕੁਲ, ਅੱਜ ਜਿਹੜਾ ਫਾਈਨਾਂਸ ਮਿਨਿਸਟਰ ਨੇ ਵੀ ਇਹ ਕਿਹਾ ਕਿ ਆਪਾਂ ਤਰਜੀਹ ਦੇਵਾਂਗੇ ਕਿ ਲੋਕਲ ਪ੍ਰੋਡਕਟਸ ਵੱਡੇ ਬ੍ਰਾਂਡ ਬਣਨ। ਜਿਵੇਂ ਹੁਣ ਆਪਾਂ ਕੱਪੜਿਆਂ 'ਚ ਵੱਡੇ ਬ੍ਰਾਂਡ ਪਾ ਰਹੇ ਹਾਂ ਜਾਂ ਗੱਡੀਆਂ 'ਚ ਵੱਡੇ ਬ੍ਰਾਂਡ ਪਾ ਰਹੇ ਹਾਂ, ਉਹ ਜ਼ਿਆਦਾਤਰ ਸਾਡੇ ਜਿਹੜੇ ਵਿਦੇਸ਼ੀ ਬ੍ਰਾਂਡਸ ਨੇ। ਹੁਣ ਭਾਰਤ ਸਰਕਾਰ ਦੀ ਇਹ ਸਕੀਮ ਹੈ ਕਿ ਅਸੀਂ ਆਤਮ ਨਿਰਭਰ ਭਾਰਤ ਅਭਿਆਨ ਚਲਾਈਏ, ਉਹਦੇ ਵਿੱਚ ਅਸੀਂ ਆਪਣੇ ਹੀ ਦੇਸ਼ ਦੇ ਜਿਹੜੇ ਪ੍ਰੋਡਕਟਸ ਨੇ ਉਹਨਾਂ ਨੂੰ ਵੱਡਾ ਬ੍ਰਾਂਡ ਬਣਾਈਏ। ਜਿਹੜੇ ਬ੍ਰਾਂਡਸ ਅਸੀਂ ਗੱਡੀਆਂ ਵੱਡੀਆਂ ਚਲਾ ਰਹੇ ਹਾਂ, ਜਿਹੜੇ ਬ੍ਰਾਂਡਸ ਦੇ ਵੱਡੇ ਬ੍ਰਾਂਡਸ ਦੇ ਅਸੀਂ ਕੱਪੜੇ ਪਾਉਂਦੇ ਹਾਂ ਜਾਂ ਕੋਈ ਵੀ ਚੀਜ਼ ਲੈਂਦੇ ਹਾਂ, ਉਹ ਜ਼ਿਆਦਾਤਰ ਵਿਦੇਸ਼ੀ ਬ੍ਰਾਂਡਸ ਨੇ, ਵੱਡੇ ਬ੍ਰਾਂਡਸ। ਹੁਣ ਇਹ ਤਰਜੀਹ ਦੇ ਰਹੀ ਹੈ ਭਾਰਤ ਸਰਕਾਰ ਕਿ ਅਸੀਂ ਲੋਕਲ ਬ੍ਰਾਂਡਸ ਨੂੰ ਉੱਤੇ ਲੈ ਕੇ ਜਾਈਏ, ਲੋਕਲ ਬ੍ਰਾਂਡਸ ਨੂੰ ਜ਼ਿਆਦਾ ਤਰਜੀਹ ਦਈਏ ਤਾਂ ਕਿ ਉਹ ਲੋਕਲ ਪ੍ਰੋਡਕਟਸ ਨੂੰ ਤਰਜੀਹ ਦਈਏ ਤਾਂ ਕਿ ਉਹ ਵੱਡੇ ਬ੍ਰਾਂਡ ਬਣ ਸਕਣ ਜੀ। ਇਹਦੇ ਵਿੱਚ ਇੱਕ ਮੱਧ ਵਰਗ ਨੂੰ ਵੀ ਬੜੀ ਆਸ ਹੀ ਵੀ ਜਿਹੜਾ 20 ਲੱਖ ਕਰੋੜ ਰੁਪਏ ਇਹਦੇ ਵਿੱਚ ਆਏਗਾ। ਲੱਗਦਾ ਇਹਦੇ ਵਿੱਚ ਜ਼ਿਆਦਾ ਜਿਹੜਾ ਧਿਆਨ ਆ ਉਹ ਇੱਕ ਕੰਪਨੀਆਂ ਵੱਲ ਜ਼ਿਆਦਾ ਦਿੱਤਾ ਗਿਆ, ਕਾਰੋਬਾਰ ਨੂੰ ਵਧਾਵਾ ਦੇਣ ਲਈ ਇਹਦੇ ਵਿੱਚ ਜ਼ਿਆਦਾ ਰੱਖਿਆ ਗਿਆ। ਪਰ ਮੱਧ ਵਰਗੀ ਜਿਹੜੇ ਪਰਿਵਾਰ ਨੇ ਉਹੀ ਇਹਦੇ ਵਿੱਚ ਮਨਪ੍ਰੀਤ ਆ ਜਾਂਦੇ ਨੇ ਕਿ ਜੋ ਕਿਉਂਕਿ ਮਾਈਕਰੋ ਸਮਾਲ ਮੀਡੀਅਮ ਐਂਟਰਪ੍ਰਾਈਜ਼ਸ ਜੋ ਚਲਾ ਰਹੇ ਨੇ ਉਹ ਜ਼ਿਆਦਾਤਰ ਮਿਡਲ ਕਲਾਸ ਫੈਮਿਲੀਜ਼ ਵੀ ਹੋ ਸਕਦੀਆਂ ਨੇ। ਜੇ ਉਹਨਾਂ ਕੰਪਨੀਆਂ ਨੂੰ ਫਾਇਦਾ ਮਿਲੂਗਾ, ਜੇਕਰ ਫਾਇਦਾ ਮਿਲਦਾ ਹੈ ਤਾਂ ਜੇ ਇਹ ਪੈਸਾ ਪ੍ਰੋਪਰ ਸਕੀਮਾਂ ਜੇ ਲਾਗੂ ਹੋ ਜਾਂਦੀਆਂ ਤੇ ਉਹ ਫਾਇਦਾ ਜਿਹੜੇ ਉਹਨਾਂ ਕੰਪਨੀਆਂ 'ਚ ਇੰਪਲੋਈਜ਼ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਮਿਲੂਗਾ, ਜੇ ਜਿਨ੍ਹਾਂ ਨੂੰ ਰੋਜ਼ਗਾਰ ਆ ਉਹਨਾਂ ਕੰਪਨੀਆਂ ਤੋਂ, ਉਹਨਾਂ ਐਂਟਰਪ੍ਰਾਈਜ਼ਸ ਤੋਂ ਉਹਨਾਂ ਨੂੰ ਵੀ ਮਿਲੇਗਾ। ਬਾਕੀ ਜਿਹੜੀ ਗੱਲਾਂ ਸੀ ਦੱਸੀਆਂ ਕਿ PF ਜਿਹੜਾ ਹੈ ਉਹ 15,000 ਰੁਪਏ ਤੱਕ ਜਿਨ੍ਹਾਂ ਦੀ ਸੈਲਰੀ ਹੈ ਉਹਨਾਂ ਨੂੰ ਫਾਇਦਾ ਮਿਲ ਰਿਹਾ ਹੈ। TDS ਜਿਨ੍ਹਾਂ ਦਾ 25% ਲੈਸ ਹੋ ਜਾਏਗਾ ਉਹਨਾਂ ਨੂੰ ਵੀ ਥੋੜ੍ਹਾ ਬਹੁਤ ਲੋਕਾਂ ਨੂੰ ਫਾਇਦਾ ਮਿਲੇਗਾ। ITR ਭਰਨ ਦੀ ਜਿਹੜੀ ਡੈਡਲਾਈਨ ਉਹ ਤਾਂ ਚਲੋ ਹਰ ਦੇਸ਼ ਦੇ ਹਰ ਜਿਹੜਾ ਵੀ ਲੋਕ ਟੈਕਸ ਭਰਦੇ ਨੇ ਉਹਨੂੰ ਸਾਰਿਆਂ ਨੂੰ ਵੀ ਫਾਇਦਾ ਮਿਲ ਰਿਹਾ। ਜਦੋਂ ਹੀ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀਗਾ 20 ਲੱਖ ਕਰੋੜ ਰੁਪਏ ਦਾ, ਤੇ ਉਸ ਤੋਂ ਬਾਅਦ ਅੱਜ ਸੈਂਸੈਕਸ 637 ਪੁਆਇੰਟ ਉੱਤੇ ਗਿਆ ਸੀਗਾ ਤੇ ਨਿਫਟੀ 187 ਪੁਆਇੰਟ ਅਪ ਗਿਆ ਸੀਗਾ। ਪਰ ਉਸ ਤੋਂ 3:30 ਵਜੇ ਤੱਕ ਮਾਰਕੀਟ ਬੰਦ ਹੋ ਗਈ ਸੀਗੀ ਔਰ 4 ਵਜੇ ਨਿਰਮਲਾ ਸੀਤਾਰਮਨ ਦੀ ਪ੍ਰੈਸ ਕਾਨਫਰੰਸ ਸ਼ੁਰੂ ਹੁੰਦੀ ਹੈ ਤੇ ਉਮੀਦ ਹੈ ਕਿ ਕੱਲ ਇਸ ਜੋ ਬਾਜ਼ਾਰ ਕਿਵੇਂ ਸੈਂਸੈਕਸ ਜਾਂ ਨਿਫਟੀ ਸਾਡੀ ਸ਼ੇਅਰ ਮਾਰਕੀਟ ਇਸ ਐਲਾਨ ਨੂੰ, ਇਸ ਸਕੀਮਸ ਨੂੰ ਭਾਰਤ ਸਰਕਾਰ ਦੀ ਕਿਵੇਂ ਦੇਖਦੀ ਹੈ, ਕੱਲ ਸਵੇਰੇ ਬਾਜ਼ਾਰ ਤੋਂ ਹੀ ਕਲੀਅਰ ਹੋ ਜਾਊਗਾ ਕਿ ਇਹ ਕੱਲ ਉੱਠਦਾ ਹੈ ਕਿ ਨਹੀਂ। ਕਿਉਂਕਿ ਬੜੇ ਦਿਨਾਂ ਤੋਂ ਜਿੱਦਾਂ ਆਪਾਂ ਦੇਖ ਰਹੇ ਹਾਂ ਗਲੋਬਲ ਮਾਰਕੀਟਸ ਵੀ ਥੱਲੇ ਡਾਊਨ ਨੇ ਇਸ ਵੇਲੇ, ਸਾਰੀਆਂ ਬਾਕੀ ਦੇਸ਼ਾਂ ਦੀਆਂ ਸਟਾਕ ਐਕਸਚੇਂਜ ਜਿਹੜੀਆਂ ਨੇ ਬਹੁਤ ਘਾਟੇ 'ਚ ਜਾ ਰਹੀਆਂ ਨੇ। ਸਾਡਾ ਸ਼ੇਅਰ ਮਾਰਕੀਟ ਵੀ ਘਾਟੇ 'ਚ ਜਾ ਰਹੀ ਸੀ, ਪਰ ਕੱਲ ਦੇ ਐਲਾਨ ਤੋਂ ਬਾਅਦ 637 ਪੁਆਇੰਟ ਸੈਂਸੈਕਸ ਉਹ ਅਪ ਗਿਆ। ਹੁਣ ਕੱਲ ਸਵੇਰੇ ਕੀ ਰਹੂਗਾ ਨਿਰਮਲਾ ਸੀਤਾਰਮਨ ਦੇ ਇਹਨਾਂ ਐਲਾਨਾਂ ਤੋਂ ਬਾਅਦ, ਉਹਦੇ ਤੇ ਪਤਾ ਲੱਗ ਜਾਏਗਾ ਕਿ ਦੇਸ਼ ਦਾ ਮੂਡ ਕੀ ਹੈ, ਇਨਵੈਸਟਰਸ ਦਾ ਮੂਡ ਕੀ ਹੈ, ਉਹਨਾਂ ਨੂੰ ਇਹ ਸਕੀਮਾਂ ਪਸੰਦ ਆਈਆਂ ਕਿ ਨਹੀਂ ਆਈਆਂ। ਇਹਦੇ ਵਿੱਚ ਇੱਕ ਜਿਹੜਾ ਲੋਕਡਾਊਨ 4 ਦੇ ਵਿੱਚ ਉਹਨਾਂ ਕਿਹਾ ਸੀ ਨਵੇਂ ਰੰਗ ਦਾ ਹੋਵੇਗਾ। ਇਸ ਤੋਂ ਇਹ ਵੀ ਲੱਗਦਾ ਵੀ ਇਹ ਜਿਹੜੀਆਂ ਕੰਪਨੀਆਂ ਵੀ ਖੁੱਲੀਆਂ ਜਾ ਸਕਦੀਆਂ ਨੇ ਹੁਣ ਲੋਕਡਾਊਨ 4 ਦੇ ਵਿੱਚ, ਜਿਵੇਂ ਇਹਨਾਂ ਨੂੰ ਰਾਇਤਾਂ ਇਹਦੇ ਵਿੱਚ ਦਿੱਤੀਆਂ ਗਈਆਂ ਨੇ। ਬਿਲਕੁਲ, ਇਹ ਤਾਂ ਮਨਪ੍ਰੀਤ ਹੁਣ ਜਿਹੜਾ ਲੋਕਡਾਊਨ ਦੀ ਡਿਪਾਰਟਮੈਂਟ ਉਹ ਮਿਨਿਸਟਰੀ ਆਫ ਹੋਮ ਅਫੇਅਰਸ ਹੀ ਤੈਅ ਕਰੂਗਾ ਗਾਈਡਲਾਈਨਸ ਕਿ ਕਿਵੇਂ ਕਿਸ ਤਰ੍ਹਾਂ ਦਾ ਲੋਕਡਾਊਨ 4 ਜਿਹੜਾ ਉਹ ਰਹੂਗਾ। ਉਹਦੀਆਂ ਗਾਈਡਲਾਈਨਸ ਦਾ ਸਾਨੂੰ ਇੰਤਜ਼ਾਰ ਕਰਨਾ ਪਏਗਾ। ਬਾਕੀ ਇਹ ਤਾਂ ਮਿਨਿਸਟਰੀ ਆਫ ਫਾਈਨਾਂਸ ਨੇ ਇਹ ਦੱਸਿਆ ਸਾਨੂੰ ਕਿ ਕਿਵੇਂ 20 ਲੱਖ ਕਰੋੜ ਰੁਪਏ ਜਿਹੜਾ ਉਹ ਖਰਚ ਹੋਏਗਾ, ਕਿਵੇਂ ਇਹ ਲੋਕਾਂ ਤੱਕ ਪਹੁੰਚੇਗਾ। ਯਾਨੀ ਕਿ ਜਿਹੜਾ ਕੱਲ ਟਰੋਲ ਹੁੰਦਾ ਪਿਆ ਸੀ ਟਵਿੱਟਰ ਤੇ ਵੀ, ਇਹ ਉਹਦਾ ਜਵਾਬ ਨਿਰਮਲਾ ਸੀਤਾਰਮਨ ਨੇ ਅੱਜ ਦੇ ਦਿੱਤਾ ਇਹਨਾਂ ਨੂੰ। ਬਿਲਕੁਲ, ਉਹ ਤਾਂ ਟਰੋਲ ਤਾਂ ਚੱਲ ਰਿਹਾ ਸੀਗਾ। ਕਈ ਲੋਕ ਇੱਦਾਂ ਉਮੀਦ ਲਾ ਕੇ ਬੈਠੇ ਸੀਗੇ ਕਿ ਸਾਡੇ ਖਾਤਿਆਂ 'ਚ 130 ਕਰੋੜ ਦੇਸ਼ ਵਾਸੀਆਂ ਨੂੰ ਡਿਵਾਈਡ ਕਰਨ ਲੱਗ ਪਏ ਸੀ 20 ਲੱਖ ਕਰੋੜ ਨੂੰ, ਕਿ ਸਾਡੇ ਖਾਤਿਆਂ 'ਚ ਪੈਸਾ ਆ ਸਕਦਾ। ਇਹ ਟਰੋਲ ਹੀ ਸੀਗਾ ਔਰ ਕਾਫੀ ਹੁਣੇ ਵੀ ਟਵਿੱਟਰ ਤੇ ਜਿਹੜੀ ਹੈ ਚਰਚਾ ਕਾਫੀ ਬਣੀ ਰਹੀ ਤੇ ਲੋਕ ਕਾਫੀ ਇਹਦੇ ਤੇ ਮਜ਼ਾਕ ਵੀ ਕਰ ਰਹੇ ਨੇ ਔਰ ਸੋਸ਼ਲ ਮੀਡੀਆ ਦੇ ਇੱਕ ਟ੍ਰੈਂਡ ਵੀ ਬਣ ਗਿਆ। ਧੰਨਵਾਦ ਮੰਚ ਜਾਣਕਾਰੀ ਦੇਣ ਲਈ। ਸੋ ਇਹ ਆਸਾਨ ਭਾਸ਼ਾ ਦੇ ਵਿੱਚ ਸਮਝਾਇਆ ਗਿਆ ਜੋ 20 ਲੱਖ ਕਰੋੜ ਰੁਪਈਆ ਕਿੰਨਾਂ ਨੂੰ ਜਾਵੇਗਾ। ਇਹਦੇ ਵਿੱਚ ਮੱਧ ਵਰਗ ਦੇ ਲੋਕ ਵੀ ਨੇ, ਵੱਡੇ ਕਾਰੋਬਾਰੀ ਵੀ ਨੇ ਜਿਨ੍ਹਾਂ ਨੂੰ ਇਸ 20 ਲੱਖ ਕਰੋੜ ਰੁਪਏ ਦਾ ਫਾਇਦਾ ਹੋਵੇਗਾ। ਦੇਖਦੇ ਰਹੋ ਦੈਨਿਕ ਸਵੇਰਾ TV।